ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 11 ਮਾਰਚ ਹੈ ਤੇ ਦਿਨ ਵੀਰਵਾਰ ਹੈ। ਅੱਜ ਪੰਜਾਬ ਦੀਆਂ ਖਬਰਾਂ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪੱਛਮੀ ਬੰਗਾਲ ਦੀ ਖਬਰ ਦੱਸਾਂਗੇ, ਜਿਹੜੀ ਕਿ ਬੜੀ ਜ਼ਰੂਰੀ ਖਬਰ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੈ। ਮੁੱਖ ਮੰਤਰੀ ਨੇ ਹਮਲੇ ਦਾ ਦੋਸ਼ ਲਾਇਆ। ਰਾਜਪਾਲ ਧਨਖੜ ਨੇ ਵੀ ਹਾਲ ਚਾਲ ਪੁੱਛਿਆ। ਮੁੱਖ ਮੰਤਰੀ ਮਮਤਾ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਵਿੱਚ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਕਿਸੇ ਨੇ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਘਟਨਾ ਸ਼ਾਮ ਨੂੰ ਉਸ ਵਕਤ ਵਾਪਰੀ ਜਦੋਂ ਉਹ ਨੰਦੀਗ੍ਰਾਮ ਵਿੱਚ ਇੱਕ ਮੰਦਿਰ ਦੇ ਬਾਹਰ ਸੀ। ਮਮਤਾ ਨੇ ਕਿਹਾ ਕਿ ਮੈਂ ਆਪਣੀ ਕਾਰ ਦੇ ਬਾਹਰ ਦਰਵਾਜ਼ਾ ਖੋਲ੍ਹ ਕੇ ਖੜੀ ਸੀ ਤੇ ਮੰਦਿਰ ਵਿੱਚ ਪੂਜਾ ਲਈ ਜਾਣ ਲੱਗੀ ਸੀ। ਇਸ ਦੌਰਾਨ ਕੁਝ ਲੋਕ ਆਏ ਤੇ ਕਾਰ ਦਾ ਦਰਵਾਜ਼ਾ ਜ਼ੋਰ ਨਾਲ ਧੱਕ ਦਿੱਤਾ, ਜਿਸ ਨਾਲ ਲੱਤ ਉੱਤੇ ਸੱਟ ਵੱਜ ਗਈ। ਮਮਤਾ ਬੈਨਰਜੀ ਨੇ ਇਸ ਨੂੰ ਸਾਜ਼ਿਸ਼ ਅਤੇ ਹਮਲਾ ਕਰਾਰ ਦਿੱਤਾ। ਮਮਤਾ ਕੋਲ Z+ ਸੁਰੱਖਿਆ ਤੇ ਪਿਛਲੇ 2 ਦਿਨਾਂ ਤੋਂ ਇਸ ਇਲਾਕੇ ਵਿੱਚੋਂ ਚੋਣ ਪ੍ਰਚਾਰ ਕਰ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਮਤਾ ਬੈਨਰਜੀ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਕਿਸਾਨਾਂ ਨੇ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕੱਲ੍ਹ ਮਾਰਚ ਮਹੀਨੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ। 15 ਮਾਰਚ ਨੂੰ ਤੇਲ ਕੀਮਤਾਂ ਤੇ ਨਿੱਜੀਕਰਨ ਖਿਲਾਫ ਮੰਗ ਪੱਤਰ ਦਿੱਤੇ ਜਾਣਗੇ। 19 ਮਾਰਚ ਨੂੰ ਮੰਡੀ ਬਚਾਓ ਖੇਤੀ ਬਚਾਓ ਦਿਵਸ ਮਨਾਇਆ ਜਾਵੇਗਾ। ਕਿਸਾਨ ਲੀਡਰਾਂ ਨੇ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਸਾਂਭੀ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਜਾਣਗੇ 26 ਮਾਰਚ ਨੂੰ ਤੇ ਉਸ ਦਿਨ ਮੁਕੰਮਲ ਤੌਰ ਤੇ ਭਾਰਤ ਬੰਦ ਰੱਖਿਆ ਜਾਏਗਾ। ਇਸ ਦਿਨ ਅੰਦੋਲਨ ਨੂੰ ਹੋਰ ਸੂਬਿਆਂ 'ਚ ਫੈਲਾਉਣ ਲਈ ਦੇਸ਼ 'ਚ ਪੂਰਨ ਬੰਦ ਦਾ ਐਲਾਨ ਕੀਤਾ ਗਿਆ ਹੈ। ਅਦਾਰੇ, ਸਨਅਤਾਂ, ਬੱਸਾਂ ਅਤੇ ਰੇਲਾਂ ਵੀ ਜਾਮ ਹੋਣਗੀਆਂ। ਹਾੜੀ ਤੇ ਸਾਉਣੀ ਦੀਆਂ ਰੁੱਤਾਂ ਦੌਰਾਨ ਵੀ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਲੋਕਾਂ ਨੂੰ ਇਤਿਹਾਸ ਦੁਹਰਾਉਣ ਦਾ ਸੱਦਾ ਦਿੰਦਿਆਂ ਬੰਗਾਲੀਆਂ ਨੂੰ ਭਾਜਪਾ ਖਿਲਾਫ ਵੋਟਾਂ ਪਾਉਣ ਦਾ ਹੋਕਾ ਦਿੱਤਾ ਹੈ। ਕੋਲਕਾਤਾ ਵਿੱਚ ਬੀਜੇਪੀ ਖਿਲਾਫ ਕੱਢੇ ਗਏ ਮਾਰਚ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਸ਼ਾਮਿਲ ਹੋਏ, ਜਿਹੜੇ ਕਿ ਲਗਾਤਾਰ ਉੱਥੇ ਡਟੇ ਹੋਏ ਨੇ ਪਿਛਲੇ ਕਈ ਦਿਨਾਂ ਤੋਂ। ਕੱਲ੍ਹ ਹਰਿਆਣਾ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਦਨ ਦੇ ਵਿੱਚ ਡਿੱਗ ਗਿਆ ਹੈ। ਮਤੇ ਦੀ ਹਮਾਇਤ ਵਿੱਚ ਸਿਰਫ 32 ਵੋਟਾਂ ਪਈਆਂ, ਜਦਕਿ ਵਿਰੋਧ ਵਿੱਚ 55 ਵੋਟਾਂ ਭੁਗਤੀਆਂ ਤੇ ਹਰਿਆਣਾ ਦੀ ਖੱਟਰ ਸਰਕਾਰ ਟੁੱਟਣੋਂ ਬਚ ਗਈ। ਬੀਜੇਪੀ ਤੇ JJP ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਭਾਵੇਂ ਕਿ ਬੇਭਰੋਸਗੀ ਦਾ ਮਤਾ ਨਾਕਾਮ ਹੋ ਗਿਆ, ਪਰ ਇਸ ਨਾਲ ਕਿਸਾਨ ਵਿਰੋਧੀ ਚਿਹਰੇ ਬੇਨਕਾਬ ਹੋ ਗਏ ਨੇ। ਮੋਰਚੇ ਦੇ ਲੀਡਰਾਂ ਨੇ BJP ਤੇ JJP ਦੇ ਵਿਧਾਇਕਾਂ ਸਣੇ ਮਤੇ ਖਿਲਾਫ ਵੋਟ ਪਾਉਣ ਵਾਲੇ ਸਾਰੇ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। 10 ਦਿਨਾਂ ਦੇ ਭਰਪੂਰ ਹੰਗਾਮੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਵੀ ਕੱਲ੍ਹ ਸਮਾਪਤ ਹੋ ਗਿਆ। ਬਜਟ ਦੇ ਵਿੱਚ ਸੁਖਪਾਲ ਖਹਿਰਾ ਦੇ ਉੱਤੇ ਮਾਰੇ ਗਏ ED ਦੇ ਛਾਪੇ ਗੈਰ ਸੰਵਿਧਾਨਿਕ ਕਰਾਰ ਦਿੱਤੇ ਗਏ ਤੇ ED ਦੇ ਛਾਪਿਆਂ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਇਕਾਂ ਨੇ ਇਕਸੁਰ ਹੋ ਕੇ ਛਾਪਿਆਂ ਦੀ ਨਿਖੇਧੀ ਕੀਤੀ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਸਾਰੇ ਵਿਧਾਇਕਾਂ ਦਾ ਸਾਥ ਦੇਣ ਦੇ ਲਈ ਧੰਨਵਾਦ ਕੀਤਾ। ਖਹਿਰਾ ਨੇ ਕਿਹਾ ਕਿ ED ਦੀ ਟੀਮ ਨੇ ਉਹਨਾਂ ਡਾਇਰੀਆਂ ਤੇ ਵੀ ਦਸਤਖਤ ਕਰਾ ਲਏ ਨੇ, ਜਿਨ੍ਹਾਂ ਡਾਇਰੀਆਂ ਵਿੱਚ ਕੈਂਸਰ ਪੀੜਤਾਂ ਨੂੰ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਵਿੱਤੀ ਮਦਦ ਦਾ ਜ਼ਿਕਰ ਸੀ। ਇਸ ਮੌਕੇ ਸਦਨ ਦੇ ਵਿੱਚ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਖਹਿਰਾ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਖੜਾਂਗਾ। ਬਿਨਾਂ ਨਾਮ ਲਏ ਸਿੱਧੂ ਨੇ ਕਿਹਾ ਕਿ ਇੱਕ 6 ਫੁੱਟ 4 ਇੰਚ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਾਂਚ ਅਧਿਕਾਰੀ ਨੂੰ ਬਦਲ ਦਿੱਤਾ ਜਾਂਦਾ ਹੈ, ਜਦਕਿ ਦੂਸਰੇ ਪਾਸੇ ਖਹਿਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਵਿਰੋਧੀ ਧਿਰਾਂ ਦੇ ਰੌਲੇ ਰੱਪੇ ਦੇ ਵਿੱਚ ਪੰਜਾਬ ਦਾ ਬਜਟ ਇਜਲਾਸ ਕੱਲ੍ਹ ਸਮਾਪਤ ਹੋ ਗਿਆ। ਬਜਟ ਦੇ ਆਖਰੀ ਦਿਨ ਵੀ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿੱਚੋਂ ਵਾਕਆਊਟ ਕੀਤਾ। ਇਸ ਮੌਕੇ ਬਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ਤੇ ਨਿਸ਼ਾਨੇ ਲਾਏ। ਬਠਿੰਡਾ ਦੇ ਵਿੱਚ ਜਿਹੜਾ ਆਂਗਣਵਾੜੀ ਵਰਕਰਾਂ ਦੀ ਖਿੱਚਧੂ ਦਾ ਮਾਮਲਾ ਹੈ, ਉਸ ਨੂੰ ਲੈ ਕੇ ਉਹ ਮਸਲਾ ਵਿਧਾਨ ਸਭਾ ਦੇ ਵਿੱਚ ਬਿਕਰਮ ਮਜੀਠੀਆ ਨੇ ਚੁੱਕਿਆ। ਇਸ ਮੌਕੇ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਸਰਕਾਰੀ ਸਕੂਲਾਂ ਵਿੱਚ ਭੂਗੋਲ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖਤਮ ਕੀਤੇ ਜਾਣ ਤੇ ਵੀ ਸਰਕਾਰ ਨੂੰ ਰਗੜੇ ਲਾਏ। ਕਿਹਾ ਕਿ ਬਠਿੰਡਾ ਤੇ ਫਰੀਦਕੋਟ ਜ਼ਿਲ੍ਹੇ ਦੇ ਕਿੰਨੇ ਹੀ ਸਕੂਲਾਂ ਵਿੱਚ ਭੂਗੋਲ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ। 6 ਸਾਲ ਤੋਂ ਇਹਨਾਂ ਦੀ ਭਰਤੀ ਵੀ ਨਹੀਂ ਕੀਤੀ ਗਈ। ਬਜਟ ਇਜਲਾਸ ਦੇ ਆਖਰੀ ਦਿਨ ਸਦਨ ਵਿੱਚ ਮਾਫੀਆ ਰਾਜ ਨੂੰ ਲੈ ਕੇ ਦੋਸਤਾਨਾ ਮੈਚ ਦੀ ਵੀ ਗੂੰਜ ਪਈ। ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਹਾਕਮ ਧਿਰ ਨੂੰ ਇਸ ਮਾਮਲੇ ਤੇ ਕਟਹਿਰੇ ਵਿੱਚ ਖੜਾ ਕੀਤਾ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਮੁੱਦਾ ਧੜੱਲੇ ਨਾਲ ਚੁੱਕਿਆ ਤੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਅਸਲ ਕਸੂਰਵਾਰਾਂ ਨੂੰ 3 ਮਹੀਨੇ ਵਿੱਚ ਫੜਨ ਦੀ ਗੱਲ ਕਾਂਗਰਸ ਨੇ ਆਖੀ ਸੀ, ਪਰ ਹੋਇਆ ਕੁਝ ਨਹੀਂ। ਬੈਂਸ ਨੇ ਕਿਹਾ ਕਿ ਪੰਜਾਬ ਦਾ ਬੱਚਾ ਜਾਣਦਾ ਹੈ, ਫਰਕ ਕੋਈ ਨਹੀਂ ਪਿਆ, ਸਿਰਫ ਪੱਗਾਂ ਦੇ ਰੰਗ ਬਦਲੇ ਨੇ, ਬਾਕੀ ਸਭ ਕੁਝ ਉਵੇਂ ਹੀ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਸੀ ਤਾਂ ਦੂਸਰੇ ਪਾਸੇ ਕੱਲ ਖੱਟਰ ਸਰਕਾਰ ਦੇ ਲਈ ਵੀ ਬੜਾ ਭਾਰੀ ਦਿਨ ਸੀ ਤਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਕੱਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਧਾਨ ਸਭਾ ਚੋਂ ਬਾਹਰ ਆਉਣ ਤੇ ਘਿਰਾਓ ਕੀਤਾ ਤੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪਾਸ ਕੀਤਾ। ਅਕਾਲੀ ਦਲ ਦੇ ਸੀਨੀਅਰ ਲੀਡਰ ਸ਼ਰਨਜੀਤ ਢਿੱਲੋਂ ਤੇ ਬਿਕਰਮ ਮਜੀਠੀਆ ਨੇ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਤੇ ਜੇਜੇਪੀ ਦੇ ਕਿਸਾਨ ਵਿਰੋਧੀ ਸਟੈਂਡ ਦੀ ਨਿੰਦਿਆ ਕੀਤੀ। ਪੰਜਾਬ ਵਿਧਾਨ ਸਭਾ ਦੇ ਵਿੱਚ ਆਖਰੀ ਦਿਨ 11 ਬਿੱਲ ਪਾਸ ਕੀਤੇ ਗਏ। ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਨੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੋਈ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਜਗੀਰ ਕੌਰ ਨੇ ਹਰਜੀਤ ਗਰੇਵਾਲ ਨੂੰ ਝਾੜਦਿਆਂ ਕਿਹਾ ਕਿ ਤੁਸੀਂ ਨਹੀਂ ਸਾਨੂੰ ਦੱਸੋਗੇ ਕਿ ਕਮੇਟੀ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ, ਅਸੀਂ ਸੰਘਰਸ਼ੀ ਕਿਸਾਨਾਂ ਦੀ ਮਦਦ ਜਾਰੀ ਰੱਖਾਂਗੇ। ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਸਾਨਾਂ ਦੀ ਮਦਦ ਨਾ ਕਰਕੇ ਧਰਮ ਪ੍ਰਚਾਰ ਦੇ ਕੰਮ ਕਰਨ ਦਾ ਸੁਝਾਅ ਦਿੱਤਾ ਸੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਿੱਧੂ ਨੂੰ ਪੰਜਾਬ ਦੇ ਵਿੱਚ ਵਾਜਬ ਥਾਂ ਤੇ ਲਾਇਆ ਜਾਵੇਗਾ। ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਵਿੱਚ 2 ਹੋਰ ਨੌਜਵਾਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ। ਇਹਨਾਂ ਵਿੱਚੋਂ ਇੱਕ ਨੌਜਵਾਨ ਡੱਚ ਦਾ ਰਹਿਣ ਵਾਲਾ ਹੈ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸੰਸਦ ਦੇ ਵਿੱਚ ਦੋਵੇਂ ਸਦਨਾਂ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ, ਜਿਸ ਤੋਂ ਬਾਅਦ ਰਾਜ ਸਭਾ ਨੂੰ 15 ਮਾਰਚ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਤੀਰਥ ਸਿੰਘ ਰਾਵਤ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ। ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਦੱਸਿਆ ਕਿ ਦਿੱਲੀ ਹਿੰਸਾ ਸੰਬੰਧੀ ਦਿੱਲੀ ਪੁਲਿਸ ਦੇ ਵੱਲੋਂ ਹੁਣ ਤੱਕ 38 ਕੇਸ ਦਰਜ ਕੀਤੇ ਗਏ ਨੇ। ਕਿਸਾਨੀ ਸੰਘਰਸ਼ ਦਰਮਿਆਨ ਇੱਕ ਪਾਸੇ ਰਿਲਾਇੰਸ ਜੀਓ ਦੇ ਉਤਪਾਦਾਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ, ਦੂਜੇ ਪਾਸੇ ਪੰਜਾਬ ਦੇ ਵਿੱਚ ਪਾਵਰਕਾਮ ਨੇ ਰਿਲਾਇੰਸ ਜੀਓ ਦੇ ਨਾਲ ਸਾਂਝ ਪਾ ਲਈ ਹੈ। ਇਸ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵਿਰੋਧ ਕੀਤਾ। ਜੀਓ ਸਿਮ ਦਾ ਮਾਮਲਾ ਸਦਨ ਵਿੱਚ ਚੁੱਕਦਿਆਂ ਚੀਮਾ ਨੇ ਕਿਹਾ ਕਿ ਜਦੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਘੋਲ ਵਿੱਚ ਕੁੱਦੇ ਹੋਏ ਨੇ ਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰ ਰਹੇ ਨੇ ਤਾਂ ਪੰਜਾਬ ਸਰਕਾਰ ਦੋਹਰਾ ਮਾਪਦੰਡ ਵਰਤਦਿਆਂ ਜੀਓ ਕੰਪਨੀ ਦੇ ਸਿਮ ਮੁਲਾਜ਼ਮਾਂ ਨੂੰ ਲੈਣ ਦੀ ਹਦਾਇਤ ਕਰ ਰਹੀ ਹੈ। ਪਾਵਰਕਾਮ ਨੇ ਇਸ ਕੰਪਨੀ ਨੂੰ ਕੰਮ ਦੇ ਦਿੱਤਾ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਟਿਆਲਾ ਤੇ ਸਮਾਣਾ ਨੇੜੇ ਮੀਂਹ ਤੇ ਭਾਰੀ ਗੜੇਮਾਰੀ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਤੇ ਗਏ ਨੇ। 30 ਪਿੰਡਾਂ ਵਿੱਚ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਨੇ। ਮੀਂਹ ਨਾਲੋਂ ਵੱਧ ਇੱਥੇ ਗੜੇਮਾਰੀ ਹੋਈ ਹੈ। ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਣ ਵਾਲੀ ਮਾਨਸਾ ਦੇ ਪਿੰਡ ਭੈਣੀ ਬਾਗਾ ਦੀ ਬੀਬੀ ਸੁਖਪਾਲ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਟਿੱਕਰੀ ਹੱਦ ਤੇ ਭੱਟੀਆਂ ਖੁਰਦ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ, ਜੋ ਕਿ ਸਿਰਫ 1.5 ਏਕੜ ਜ਼ਮੀਨ ਦਾ ਮਾਲਕ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪਹਿਲਾਂ ਹਰਿਆਣਾ ਵਿਧਾਨ ਸਭਾ ਦੀ ਵੱਡੀ ਕਾਰਵਾਈ ਦੀ ਗੱਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਕਿਸਾਨਾਂ ਨੇ ਜਿਹੜੇ ਅਗਲੇ ਪ੍ਰੋਗਰਾਮ ਐਲਾਨੇ ਨੇ ਉਸ ਦੀ ਗੱਲ ਜ਼ਰੂਰ ਕਰ ਲੈਂਦੇ ਆ। ਕਿਸਾਨਾਂ ਨੇ ਐਲਾਨ ਕੀਤਾ ਕਿ ਪੂਰੇ ਦੇਸ਼ ਨੂੰ ਅਸੀਂ ਟੋਲ ਫ੍ਰੀ ਕਰ ਦਿਆਂਗੇ ਆਉਂਦੇ ਦਿਨਾਂ ਦੇ ਵਿੱਚ। ਬੇਭਰੋਸਗੀ ਮਤੇ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਦੇ ਪੱਖ 'ਚ ਹਰਿਆਣੇ ਤੋਂ ਸਿਰਫ 32 ਵੋਟਾਂ ਆਈਆਂ ਨੇ। ਜਿਹੜੇ ਸਾਥੀ ਸਾਡੇ ਖਿਲਾਫ ਗਏ ਨੇ ਅਸੀਂ ਉਹਨਾਂ ਖਿਲਾਫ ਸਖਤ ਕਾਰਵਾਈ ਕਰਾਂਗੇ। ਕਿਸਾਨ ਤੇ ਮਜ਼ਦੂਰ ਹੁਣ ਇਸ ਗੱਲ ਦਾ ਧਿਆਨ ਰੱਖਣ ਕਿ ਪਿੰਡਾਂ ਵਿੱਚ ਇਹ ਲੀਡਰ ਵੜ ਨਾ ਸਕਣ ਜਿਨ੍ਹਾਂ ਨੇ ਮਤੇ ਦੇ ਖਿਲਾਫ ਵੋਟਾਂ ਪਾਈਆਂ ਨੇ। ਕਿਸਾਨਾਂ ਨੇ ਕਿਹਾ ਕਿ ਬੇਭਰੋਸਗੀ ਮਤੇ ਦੇ ਨਾਲ ਲੁਕੇ ਹੋਏ ਕਿਸਾਨ ਸਮਰਥਕ ਆਪਣੇ ਆਪ ਨੂੰ ਦੱਸਣ ਵਾਲੇ ਲੀਡਰਾਂ ਦਾ ਚਿਹਰਾ ਵੀ ਨੰਗਾ ਹੋਇਆ। ਅਸੀਂ ਸਿਰਫ ਨੈਤਿਕਤਾ ਦੇ ਆਧਾਰ ਤੇ ਵੋਟਾਂ ਮੰਗੀਆਂ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿਆਂਗੇ ਤੇ ਹੁਣ ਹਰਿਆਣੇ ਦੇ ਵਿੱਚ ਅੰਦੋਲਨ ਨੂੰ ਅਸੀਂ ਦੁੱਗਣਾ ਕਰਾਂਗੇ, ਤਿੱਖਾ ਕਰਾਂਗੇ। 15 ਮਾਰਚ ਨੂੰ ਟ੍ਰੇਡ ਯੂਨੀਅਨਾਂ ਧਰਨੇ ਦੇ ਰਹੀਆਂ ਨੇ, ਉਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਕਿਸਾਨ ਲੀਡਰਾਂ ਦੇ ਵੱਲੋਂ ਐਸਡੀਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ। 17 ਮਾਰਚ ਨੂੰ ਕਿਸਾਨ ਮੋਰਚੇ ਦੇ ਸਾਰੇ ਲੀਡਰਾਂ ਦੀ ਬੈਠਕ ਹੋਏਗੀ। ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋਣਗੀਆਂ। 26 ਮਾਰਚ ਨੂੰ ਭਾਰਤ ਬੰਦ ਕਰਨ ਦਾ ਮੁੜ ਤੋਂ ਸੱਦਾ ਦਿੱਤਾ ਗਿਆ ਹੈ, ਕਿਉਂਕਿ 26 ਮਾਰਚ ਨੂੰ ਦਿੱਲੀ ਗਿਆ ਨੂੰ ਕਿਸਾਨਾਂ ਨੂੰ 4 ਮਹੀਨੇ ਹੋ ਜਾਣਗੇ ਤੇ ਪੂਰਾ ਦਿਨ ਪਹਿਲਾਂ ਹੁੰਦਾ ਸੀ ਕਿ 5 ਘੰਟਿਆਂ ਲਈ ਬੰਦ ਜਾਂ ਫਿਰ 4 ਘੰਟਿਆਂ ਲਈ ਚੱਕਾ ਜਾਮ, ਪੂਰਾ ਦਿਨ ਭਾਰਤ ਬੰਦ ਕਰਨ ਦਾ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। 19 ਮਾਰਚ ਨੂੰ ਖੇਤੀ ਬਚਾਓ ਮੰਡੀ ਬਚਾਓ ਮੁਜ਼ਾਹਰਾ ਲਹਿਰ ਦਿੱਲੀ ਦੇ ਬਾਰਡਰਾਂ ਤੇ ਮਨਾਇਆ ਜਾਵੇਗਾ। ਕਿਸਾਨਾਂ ਦੇ ਵੱਲੋਂ 23 ਮਾਰਚ ਨੂੰ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦਾ ਦਿਹਾੜਾ ਬਾਰਡਰਾਂ ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਰੇ ਨੌਜਵਾਨ ਭਗਤ ਸਿੰਘ ਦੇ ਵਾਂਗੂ ਦਸਤਾਰਾਂ ਬੰਨ੍ਹ ਕੇ ਮੋਰਚਿਆਂ ਦੇ ਵਿੱਚ ਸ਼ਾਮਿਲ ਹੋਣ। ਮੋਰਚਾ ਜਿਸ ਤਰ੍ਹਾਂ ਚੱਲ ਰਿਹਾ ਹੈ ਉਸੇ ਤਰ੍ਹਾਂ ਚੱਲਦਾ ਰਹੇਗਾ ਤੇ ਬੀਜੇਪੀ ਨੂੰ ਸਬਕ ਸਿਖਾਉਣ ਦੇ ਲਈ ਜਿਹੜੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਵੋਟਾਂ ਪੈਣ ਜਾ ਰਹੀਆਂ ਨੇ ਉੱਥੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਗਾਤਾਰ ਡਟੇ ਹੋਏ ਨੇ ਅਤੇ ਉੱਥੋਂ ਦੇ ਲੋਕਾਂ ਨੂੰ ਬੀਜੇਪੀ ਦੇ ਖਿਲਾਫ ਵੋਟਾਂ ਪਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ। ਤੇ ਹੁਣ ਜਿਹੜਾ ਹਰਿਆਣਾ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਮਤੇ ਨੂੰ ਲੈ ਕੇ
खट्टर सरकार की इज्जत बची है, वो सारी खबर ते नज़र पा लैने कि की वापरिया, किसने की कहा। खट्टर सरकार की इज्जत बच गई है क्योंकि हरियाणा सरकार के खिलाफ हरियाणा विधान सभा दे विच बेभरोसगी मते दे हक दे विच 32 जबकि विरोध दे विच 55 वोटां पईयां ने, जिस कारण खट्टर सरकार टुटणों बच गई है। हरियाणा विधान सभा दे विच कांग्रेस के बेभरोसगी के मते के उत्ते वोटिंग हुई। वोटिंग दौरान 32 पक्ष ते 55 विधायक बेभरोसगी के मते के विरोध विच खड़े हो गए। वोटां की गिनती लई सकत्रेत के 2 अधिकारी नियुक्त किए गए सी। हालांकि भुपिंदर सिंह हुड्डा ने सीक्रेट वोटिंग की मंग की सी, जिसनूं नामंजूर कर दिता गया। हरियाणा विधान सभा विच मुख मंत्री मनोहर लाल ने कांग्रेस के बेभरोसगी मते ते संबोधन करदिआं कहा कि सानूं विरोधी धिर दा नहीं बल्कि लोकां दा विश्वास चाहीदा है। एक शेयर भी पढ़िया मुख मंत्री ने अपनी होंद वचन तो बाद कि मुखालफत ते मेरी शख्सियत निखरदी है, मैं दुश्मनों का बहुत एहतराम करता हूँ। मुख मंत्री ने कहा कि कांग्रेस पार्टी बेभरोसगी बहुत छेती जाहिर करती है। जो चोणां आउंदियां ने तां ईवीएम ते बेभरोसगी इन्हां दी पैदा हो जाती है। जिथे कांग्रेस हारदी है उत्थे ही इन्हां नूं बेभरोसा पैदा हो जाता है। सेना का मनोबल विगाड़न का काम भी कांग्रेस ने किया है। कांग्रेस की आलोचना जदों हुंदी है तां भी इहो जिहे मते इह लै आउंदे ने। कांग्रेस नूं कोरोना वैक्सीन के उत्ते भी अविश्वास पैदा हो गया सी। साडा विरोध बेशक करो पर चंगे काम की प्रशंसा करो। मनोहर लाल ने फिर खेती कानूनों की वकालत करदिआं कहा कि जेकर MSP कानून बनता है तो कई नुकसान होणगे। 17 लाख करोड़ रुपए का प्रबंध करना होएगा, इहदे लई सारे काम छड्डने पैणगे। उन्होंने कहा कि विरोधी धिर नूं जे घर 'च अग लगी होवे तां उहदे 'च तेल नहीं पाउणा चाहीदा। तीनों कानून विकल्प ने, मंडियां बंद नहीं होणगियां, किसानां दे खाते विच सीधे पैसे सरकार ने पाए ने ते MSP कानून दे विच सोध करन नूं सरकार तैयार है। सो ये बेभरोसगी मते दे विच सरकार टुटण तो बच गई है तां मनोहर लाल खट्टर फुल्ले नहीं समा रहे। कांग्रेसी विधायकां किरण चौधरी, रणधीर सिंह कादियां ने बेभरोसगी मते दे पक्ष विच वोटां पाईआं, जबकि JP दलाल, कंवरपाल गुज्जर इन्हां ने मते दा विरोध किया क्योंकि सरकार दे मंत्री ने। बेभरोसगी मता विरोधी धिर दे लीडर ते हरियाणा के साबका मुख मंत्री भुपिंदर सिंह हुड्डा ने रखिया। अपनी तकरीर शुरू करन तो पहला उन्होंने शोक मते विच किसान अंदोलन दौरान जिहड़े किसानां दी जान गई है उन्हां दे नाम शामिल करन लई कहा। उन्होंने कहा कि मुगल बादशाह दे बारे कहा जांदा सी कि ਉਹ सल्तनते शाह आलम अज दिल्ली ता पालम। उस तरह सरकारे मनोहर लाल का सिलसिला अज चंडीगढ़ तो कल पंचकुला। उन्होंने कहा कि मुख मंत्री ने कहा कि यह सिर्फ पंजाब के किसान ने, तो मैनूं तकलीफ इसे गल दी है कि सिर्फ हरियाणे के नहीं, पंजाब के नहीं, बल्कि पूरे देश के किसान, जिहदे विच उत्तराखंड, मध्य प्रदेश, उत्तर प्रदेश, राजस्थान के भी किसान ने जिहड़े दिल्ली बॉर्डरां ते बैठे ने, पर किसी ने रोकण की कोशिश नहीं की। जिथों जिथों दी भी किसान लंघे ने, पर हरियाणा सरकार ने ठंड दे विच वाटर कैनन, लाठी चार्ज, अथरू गैस तो इलावा जो सड़क बनाउण दा काम करदे ने उन्हां दे वल्लों सड़कां पुटवाईआं गईआं। उप मुख मंत्री दुष्यंत चौटाला ने की कहा, कहंदे कि अज जेकर किसी भी कोई भी किसी अंदोलन दे विच जान गवाउंदा है तां साडी संवेदना उन्हां दे नाल है। असीं किसानां ते बल दी वरतों नहीं कीती, पूरा साफ-साफ मुकर गए। कहंदे असीं कानून दी स्थिति बनाए रखण दी कोशिश कीती, असीं किसानां दा हमेशा सन्मान कीता ते मैं बेभरोसगी मते दा विरोध करदा। हरियाणा के खेती मंत्री JP दलाल जिहड़े पिछे जे विवादित बयान दे के फिर माफ़ी भी मंगते रहे ने, उन्होंने कहा कि देश च किसान माड़ी हालत विच है, ये सब मानते हैं, पर विरोधी धिर आंकड़े सुनने लई तैयार ही नहीं है। खेती मंत्री ने विरोधी धिर ते किसानां नूं गुमराह करन दा इल्जाम लाया ते दावा किया कि खट्टर सरकार ने किसानां लई बेहतर काम किया। बीजेपी के विधायक हरविंदर कल्याण कहते सिर्फ बीजेपी का विधायक होने के नाते नहीं बल्कि किसान होने के नाते कहता कि यह कानून किसानों के हित में है। कहते अजिहा माहौल बनाया जा रहा है कि सत्ताधारी विधायक अपने हल्के में जा ही ना सकन, इस करके लोग विरोधी पार्टियां नूं माफ नहीं करनगे। कैबिनेट मंत्री मूलचंद शर्मा ने कहा, कहते किसान अपनी फसल किधरे भी बेच सकता है, ये तीनों कानून किसानों के हथ विच ने, ये किसान नहीं सत्ता की लड़ाई है, ये किसान के नाम से सत्ता लैना चाहते हैं। कांग्रेसी विधायक गीता बुक्कल ने की कहा, कहते जो चले गए उन्होंने भी याद कर लिया जाए। 250 किसान मारे गए तो जदों तुसी अपने हल्कों में जाते हो तुहानूं उत्थे वड़न नहीं दिता जा रहा। हुण तां सही नूं रीकॉल करन दी गल हो रही है। अपने विधायकों नूं इन्नी आज़ादी तां दिओ कि वह अपनी ज़मीर मुताबिक वोट पा सकण। अजिहा क्यों कहा गीता बुक्कल ने, क्योंकि एक दिन पहला ही यानी कि 10 मार्च तो एक दिन पहला 9 मार्च नूं BJP ते JJP ने विप जारी कर दिता सी कि BJP अते JJP दे सारे विधायक सदन दे विच सारा दिन हाज़र रहणगे अते
ਸਰਕਾਰ ਦੇ ਪੱਖ ਵਿੱਚ ਵੋਟ ਪਾਉਣਗੇ। ਕਾਂਗਰਸ ਵਿਧਾਇਕ ਸ਼ਕੁੰਤਲਾ ਖਟਕ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਬਾਰੇ ਸੋਚਣਾ ਚਾਹੀਦਾ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਨੇ। ਸਾਡੀਆਂ ਭੈਣਾਂ ਤੇ ਧੀਆਂ ਆਪਣੇ ਬੱਚਿਆਂ ਦੇ ਨਾਲ ਹੱਦਾਂ ਤੇ ਬੈਠੀਆਂ ਨੇ। ਬਲਰਾਜ ਕੁੰਡੂ ਜਿਹੜੇ ਕਿ ਨੈਲੋ ਵਿਧਾਇਕ ਨੇ, ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹਾਂ। ਕਾਫੀ ਲੋਕ ਕਾਨੂੰਨਾਂ ਦਾ ਸਮਰਥਨ ਕਰ ਰਹੇ ਨੇ ਤੇ ਪੁੱਛਦੇ ਨੇ ਕਿ ਇਸ ਵਿੱਚ ਆਖਿਰ ਗਲਤ ਕੀ ਹੈ, ਪਰ ਮੈਂ ਕਹਿੰਦਾ ਕਿ ਤੁਸੀਂ ਮੈਨੂੰ ਇਹਨਾਂ ਕਾਨੂੰਨਾਂ ਦਾ ਇੱਕ ਵੀ ਫਾਇਦਾ ਦੱਸ ਦਿਓ, ਮੈਂ ਕਾਨੂੰਨਾਂ ਦਾ ਸਮਰਥਨ ਕਰਾਂਗਾ। ਆਜ਼ਾਦ ਵਿਧਾਇਕ ਗੋਪਾਲ ਕਾਂਡਾ ਨੇ ਕਿਹਾ ਕਿ ਮੈਂ ਆਜ਼ਾਦ ਹਾਂ, ਭਾਰਤ ਪਿੰਡਾਂ ਵਿੱਚ ਵਸਦਾ ਹੈ, ਪਰ ਮੈਂ ਸਰਕਾਰ ਦੇ ਨਾਲ ਹਾਂ, ਜਿਸ ਦਾ ਸਾਥ ਦਿੱਤਾ ਉਸ ਦਾ ਸਾਥ ਨਿਭਾਇਆ। ਗੁਰਨਾਮ ਸਿੰਘ ਚੜੂਨੀ ਕਿਸਾਨ ਲੀਡਰ ਦੀ ਗੱਲ ਕਰ ਲਈਏ ਤਾਂ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਅਪੀਲ ਕਰ ਰਹੇ ਸੀ ਹਰਿਆਣਾ ਦੇ ਵਾਸੀਆਂ ਨੂੰ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਵਿਧਾਇਕਾਂ ਤੇ ਦਬਾਅ ਪਾਓ ਕਿ ਉਹ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਦੇ ਮਤੇ ਦੇ ਹੱਕ ਦੇ ਵਿੱਚ ਵੋਟਾਂ ਪਾਉਣ। ਹਾਲਾਂਕਿ ਜਿਹੜਾ ਅੰਕੜਾ ਹੈਗਾ ਉਹਨੂੰ ਆਪਾਂ ਕੋਈ ਛੋਟਾ ਅੰਕੜਾ ਨਹੀਂ ਕਹਿ ਸਕਦੇ। 32 ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਨੇ ਬੇਭਰੋਸਗੀ ਦੇ ਮਤੇ ਦੇ ਪੱਖ ਵਿੱਚ ਵੋਟ ਪਾਈ ਹੈ ਤੇ 55 ਵਿਧਾਇਕ ਨੇ ਜਿਹੜੇ ਉਹ ਵਿਰੋਧ ਦੇ ਵਿੱਚ ਹੋਏ ਨੇ, ਯਾਨੀ ਕਿ ਫਰਕ ਹੈ ਜਿਹੜਾ ਉਹ 20 ਤੋਂ ਵੀ ਘੱਟ ਵੋਟਾਂ ਦਾ ਫਰਕ ਹੈਗਾ। ਤੇ ਇੱਕ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਕਿ ਕਿਸਾਨੀ ਅੰਦੋਲਨ ਹੈ ਜਿਹੜਾ ਉਹ ਦੇਸ਼ ਦੀ ਸਿਆਸਤ ਨੂੰ ਕਿਸ ਕਦਰ ਬਦਲ ਰਿਹਾ ਹੈ, ਕਿਉਂਕਿ ਜੇ ਇਹੀ 55 ਵੋਟਾਂ ਨੇ ਜਿਹੜੀਆਂ ਉਹ ਬੇਭਰੋਸਗੀ ਮਤੇ ਦੇ ਹੱਕ ਦੇ ਵਿੱਚ ਪੈਂਦੀਆਂ ਤਾਂ ਖੱਟਰ ਸਰਕਾਰ ਨੂੰ ਡਿੱਗਣ ਤੋਂ ਕੋਈ ਵੀ ਬਚਾ ਨਹੀਂ ਸਕਦਾ ਸੀ। ਹਰਿਆਣਾ ਵਿਧਾਨ ਸਭਾ ਤੋਂ ਇੱਕ ਖਬਰ ਹੈ ਜਿੱਥੇ ਹਰਿਆਣਾ ਦੇ ਸਿੱਖਿਆ ਤੇ ਟੂਰਿਜ਼ਮ ਮੰਤਰੀ ਕੰਵਰਪਾਲ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਪਿਛਲੇ ਸਾਲ ਦਿੱਲੀ ਜਾ ਰਹੇ ਕਿਸਾਨਾਂ ਤੇ ਕੋਈ ਲਾਠੀਚਾਰਜ ਹਰਿਆਣਾ ਸਰਕਾਰ ਵੱਲੋਂ ਨਹੀਂ ਕੀਤਾ ਗਿਆ, ਯਾਨੀ ਕਿ ਸਿੱਧਾ ਮੁੱਕਰ ਗਈ ਹੈ ਹਰਿਆਣਾ ਸਰਕਾਰ। ਤਸਵੀਰਾਂ ਦੇ ਵਿੱਚ ਸਭ ਨੇ ਦੇਖਿਆ, ਉੱਥੇ ਜਿਹੜੇ ਪੱਤਰਕਾਰੀ ਕਰ ਰਹੇ ਸੀ, ਅਸੀਂ ਖੁਦ ਉੱਥੇ ਜਾ ਕੇ ਤਸਵੀਰਾਂ ਦੇਖੀਆਂ ਨੇ, ਉਹਨਾਂ ਦੀ ਕਵਰੇਜ ਕੀਤੀ ਹੈ। ਜਦੋਂ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ, ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ, ਪਰ ਹਰਿਆਣਾ ਦੇ ਸਿੱਖਿਆ ਮੰਤਰੀ ਕਹਿ ਰਹੇ ਨੇ, ਕਹਿੰਦੇ ਲਾਠੀਚਾਰਜ ਕਿੱਥੇ ਹੋਇਆ ਹੈ? ਅਜਿਹਾ ਕੁਝ ਨਹੀਂ ਹੋਇਆ। ਜੇ ਲਾਠੀਚਾਰਜ ਹੋਇਆ ਸੀ ਤਾਂ ਕੋਈ ਜ਼ਖਮੀ ਵੀ ਹੋਇਆ ਹੋਏਗਾ। ਉਸ ਕੇਸ ਵਿੱਚ ਵਿਅਕਤੀ ਦਾ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਵਿਰੋਧੀ ਧਿਰ ਨੂੰ ਸਦਨ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਕਿਸਾਨ ਜਦੋਂ ਦਿੱਲੀ ਜਾ ਰਹੇ ਸੀ ਤਾਂ ਉਸ ਦੌਰਾਨ ਉਹਨਾਂ ਦਾ ਰਾਹ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦਾ ਮਾਮਲਾ ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਸਦਨ ਦੇ ਵਿੱਚ ਚੁੱਕਿਆ ਸੀ ਤੇ ਉਸ ਤੋਂ ਬਾਅਦ ਹੀ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਜਵਾਬ ਦਿੰਦਿਆਂ ਇਹ ਕਿਹਾ ਸੀ ਕਿ ਕੋਈ ਲਾਠੀਚਾਰਜ ਨਹੀਂ ਹੋਇਆ, ਸਿੱਧਾ ਮੁੱਕਰ ਗਏ। यूपी ਦੇ ਲਖੀਮਪੁਰ ਤੋਂ ਖਬਰ ਹੈ ਜਿੱਥੇ ਕੋਆਪਰੇਟਿਵ ਪੰਪ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਦੇ ਦੌਰਾਨ ਪੁਲਿਸ ਦੀ ਮੌਜੂਦਗੀ ਵਿੱਚ ਕਿਸਾਨਾਂ ਤੇ ਫਾਇਰਿੰਗ ਹੋਈ ਹੈ। ਸੰਪੂਰਨਾ ਨਗਰ ਜ਼ਿਲ੍ਹਾ ਲਖੀਮਪੁਰ ਵਿੱਚ ਬੀਜੇਪੀ ਦੇ ਕੁਝ ਲੋਕਾਂ, ਜਿਨ੍ਹਾਂ ਵਿੱਚ 3 ਐਮਐਲਏ ਵੀ ਸ਼ਾਮਲ ਦੱਸੇ ਜਾ ਰਹੇ ਨੇ, ਉਹਨਾਂ ਦੇ ਵੱਲੋਂ ਪੰਪ ਦੀ ਪ੍ਰਧਾਨਗੀ ਤੇ ਕਬਜ਼ਾ ਕਰਨ ਲਈ ਕਿਸਾਨਾਂ ਦੇ ਉੱਤੇ 7 ਰਾਉਂਡ ਫਾਇਰਿੰਗ ਕੀਤੀ ਗਈ। ਕਿਸਾਨਾਂ ਨੇ ਪੁਲਿਸ ਤੇ ਫਾਇਰਿੰਗ ਕਰਨ ਵਾਲਿਆਂ ਨੂੰ ਮੌਕੇ ਤੋਂ ਭਜਾਉਣ ਦੇ ਵੀ ਦੋਸ਼ ਲਾਏ ਨੇ। ਇਸ ਮੌਕੇ ਕਿਸਾਨਾਂ ਨੇ ਵੀ ਵਿਰੋਧ ਦੇ ਵਿੱਚ ਹੰਗਾਮਾ ਕੀਤਾ। ਈਡੀ ਦੀ ਰੇਡ ਤੋਂ ਬਾਅਦ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਬੀਜੇਪੀ ਦੀ ਬਦਲਾਖੋਰੀ ਨੀਤੀ ਦਾ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੋਣ ਵਾਲਾ। ਮੇਰੇ ਤੇ ਮੇਰੇ ਪਰਿਵਾਰ ਤੇ ਇਹ ਸਰਕਾਰੀ ਹਮਲਾ ਹੋਇਆ, ਮੈਂ ਸਰਕਾਰ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਝੂਠ ਦੇ ਖਿਲਾਫ ਬੋਲਦੀ ਮੇਰੀ ਜ਼ੁਬਾਨ ਨੂੰ ਸਰਕਾਰ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਬੰਦ ਨਹੀਂ ਕਰ ਸਕਦੀ ਤੇ ਮੈਂ ਅਗਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਲਈ ਖੁਦ ਜਾਵਾਂਗਾ। ਖਹਿਰਾ ਨੇ ਕਿਹਾ ਕਿ ਨੌਜਵਾਨ, ਚਾਹੇ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ, ਨਵਦੀਪ ਕੌਰ ਹੋਵੇ ਜਾਂ ਫਿਰ ਕੋਈ ਹੋਰ, ਜੇਕਰ ਬੇਕਸੂਰ ਹੈ ਤਾਂ ਉਸਦੇ ਹੱਕ ਵਿੱਚ ਮੈਂ ਆਵਾਜ਼ ਬੁਲੰਦ ਕਰਦਾ ਰਹਾਂਗਾ, ਪਿੱਛੇ ਨਹੀਂ ਹਟਾਂਗਾ। ਈਡੀ ਦੇ ਨੋਟਿਸਾਂ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਂ ਫਿਰ ਵੀ ਇਹ ਕਹਿੰਦਾ ਹਾਂ ਕਿ ਮੇਰੀ ਕੋਠੀ ਤੇ ਮੇਰੀ ਜਾਇਦਾਦ ਦੀ ਜੀ ਸਦਕੇ ਤਲਾਸ਼ੀ ਲਵੋ, ਪਰ ਮੇਰੇ ਅਕਸ ਨੂੰ ਖਰਾਬ ਕਰਨ ਲਈ ਗੰਦੀ ਰਾਜਨੀਤੀ ਨਾ ਖੇਡੋ। ਈਡੀ ਦੀ ਛਾਪੇਮਾਰੀ ਤੋਂ ਬਾਅਦ ਮੈਨੂੰ ਦਿੱਲੀ ਤੋਂ ਵੀ ਹਦਾਇਤਾਂ ਆ ਰਹੀਆਂ ਨੇ ਤੇ ਉਹਨਾਂ ਨੇ ਮੈਨੂੰ ਜਾਣ ਬੁੱਝ ਕੇ ਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਣ ਦਿੱਤਾ, ਕਿਉਂਕਿ ਬਜਟ ਇਜਲਾਸ ਹੈ ਜਿਹੜਾ ਉਹ ਚੱਲ ਰਿਹਾ ਹੈ। ਖਹਿਰਾ ਨੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਵੱਲੋਂ ਈਡੀ ਦੀ ਛਾਪੇਮਾਰੀ ਦੀ ਨਿੰਦਿਆ ਕਰਨ ਦੇ ਲਈ ਧੰਨਵਾਦ ਵੀ ਕੀਤਾ, ਪਰ ਨਾਲ ਹੀ ਖਹਿਰਾ ਨੇ ਦੁੱਖ ਵੀ ਜਤਾਇਆ ਕਿ ਅਖਬਾਰਾਂ ਨੇ ਬਿਨਾਂ ਸੋਚੇ ਸਮਝੇ ਬਹੁਤ ਕੁਝ ਮੇਰੇ ਬਾਰੇ ਗਲਤ ਲਿਖ ਦਿੱਤਾ ਹੈ। 50 ਸਾਲਾਂ ਦੇ ਵਿੱਚ ਮੇਰੇ ਖਿਲਾਫ ਕੋਈ ਇੱਕ ਵੀ ਕੰਪਲੇਂਟ ਹੋਵੇ ਤਾਂ ਕੋਈ ਕੱਢ ਕੇ ਦਿਖਾ ਦੇਵੇ। ਖਹਿਰਾ ਨੇ ਕਿਹਾ ਕਿ ਜੋ ਕੁਝ ਸਰਕਾਰਾਂ ਕਰ ਰਹੀਆਂ ਨੇ ਉਹ ਸਿਰਫ ਮੇਰੇ ਸੱਚ ਬੋਲਣ ਦੀ ਹੀ ਤਕਲੀਫ ਹੈ। ਈਡੀ ਨੇ ਮੇਰੇ ਘਰੋਂ ਉਹ 2 ਡਾਇਰੀਆਂ ਵੀ ਸੀਲ ਕਰ ਲਈਆਂ ਜਿਨ੍ਹਾਂ ਵਿੱਚ ਮੇਰੇ ਬੱਚਿਆਂ ਦੇ ਵਿਆਹ ਤੇ ਕੀਤੇ ਖਰਚ ਅਤੇ ਹਲਵਾਈਆਂ ਨੂੰ ਕੀਤੇ ਜਿਹੜੇ ਲੈਣ ਦੇਣ ਦਾ ਹਿਸਾਬ ਲਿਖਿਆ ਹੋਇਆ ਸੀ। ਖਹਿਰਾ ਨੇ ਦਾਅਵਾ ਕੀਤਾ ਕਿ ਮੇਰੇ ਤੇ 2.5 ਕਰੋੜ ਦਾ ਕਰਜ਼ਾ ਹੈ, 20-25 ਲੱਖ ਰੁਪਈਆ ਵਿਆਜ ਬਣਦਾ ਤੇ ਮੈਂ ਪੈਸੇ ਲੈ ਕੇ ਕਰਜ਼ਾ ਉਤਾਰ ਰਿਹਾ। ਤੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਲਿਖਣ ਲੱਗੇ ਇੱਕ ਵਾਰੀ ਸੋਚ ਜ਼ਰੂਰ ਲਿਆ ਕਰੋ, ਤੱਥਾਂ ਦੀ ਪੜਤਾਲ ਹੈ ਜਿਹੜੀ ਉਹ ਜ਼ਰੂਰ ਕਰ ਲਿਆ ਕਰੋ ਕਿ ਕਿਤੇ ਕਿਸੇ ਦਾ ਅਕਸ ਝੂਠਾ ਤਾਂ ਨਹੀਂ ਖਰਾਬ ਹੋ ਰਿਹਾ।
ਮੌਸਮ ਦੀ ਗੱਲ ਕਰ ਲਈਏ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਬੁੱਧਵਾਰ ਨੂੰ ਕਈ ਪਿੰਡਾਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਵਿੱਚ ਥੋੜਾ ਸਹਿਮ ਜ਼ਰੂਰ ਹੈ। ਪਟਿਆਲਾ ਤੋਂ ਛਿਪਦੇ ਵਾਲੇ ਪਾਸੇ ਡਕਾਲਾ, ਬਠੋਈ ਕਲਾਂ, ਬਠੋਈ ਖੁਰਦ, ਭਾਂਡਰਾ, ਬਾਂਦਰੀ ਤੇ ਇਸ ਖੇਤਰ ਦੇ ਹੋਰ ਪਿੰਡਾਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਦੀਆਂ ਖਬਰਾਂ ਮਿਲੀਆਂ ਨੇ ਤੇ ਇਸ ਵਕਤ ਮੀਂਹ ਹੈ ਜਿਹੜਾ ਉਹ ਕਣਕ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ, ਪਰ ਗੜੇਮਾਰੀ ਹੈ ਜਿਹੜੀ ਉਹ ਕਣਕ ਦੀ ਫਸਲ ਲਈ ਨੁਕਸਾਨਦੇਹ ਹੁੰਦੀ ਹੈ। ਇਸ ਕਰਕੇ ਕਿਸਾਨਾਂ ਦੇ ਉੱਤੇ ਇਹ ਕੁਦਰਤੀ ਮੁਸੀਬਤ ਹੈ ਜਿਹੜੀ ਉਹ ਵੱਡੇ ਪੱਧਰ ਤੇ ਨਾ ਆ ਜਾਵੇ, ਇਸ ਤੋਂ ਕਿਸਾਨ ਥੋੜੀ ਚਿੰਤਾ ਦੇ ਵਿੱਚ ਹਨ। ਤੇ ਜੇ ਦਿੱਲੀ ਦੇ ਮੋਰਚਿਆਂ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਵੀ 9 ਤਰੀਕ ਦੀ ਰਾਤ ਨੂੰ ਮੀਂਹ ਪੈਣ ਦੀਆਂ ਖਬਰਾਂ ਨੇ। ਟਿੱਕਰੀ ਬਾਰਡਰ ਦੇ ਉੱਤੇ ਮੀਂਹ ਦੇ ਨਾਲ ਤੇਜ਼ ਹਨੇਰੀ ਨੇ ਕਈ ਟੈਂਟਾਂ ਨੂੰ ਵੀ ਪੁੱਟ ਕੇ ਸੁੱਟ ਦਿੱਤਾ ਤੇ ਉੱਥੋਂ ਦੇ ਜਿਹੜੇ ਹਾਲਾਤ ਨੇ ਥੋੜੇ ਜਿਹੇ ਖਰਾਬ ਜ਼ਰੂਰ ਕੀਤੇ ਨੇ ਮੀਂਹ ਦੇ ਨਾਲ ਆਈ ਤੇਜ਼ ਹਨੇਰੀ ਦੇ ਕਾਰਨ। ਹਾਲਾਂਕਿ ਉੱਥੇ ਜਿਹੜੇ ਵਲੰਟੀਅਰ ਹੈਗੇ ਨੇ, ਕਿਸਾਨ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ, ਨੌਜਵਾਨ ਨੇ ਜਿਹੜੇ ਉਹ ਮੁੜ ਤੋਂ ਹਾਲਾਤਾਂ ਨੂੰ ਸੁਖਾਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਤ ਉਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਟੈਂਟ ਵਗੈਰਾ ਮੁੜ ਤੋਂ ਲਾਏ ਜਾ ਰਹੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਵਿੱਚ 2 ਹੋਰ ਗ੍ਰਿਫਤਾਰੀਆਂ ਕੀਤੀਆਂ ਨੇ। ਮਨਿੰਦਰਜੀਤ ਸਿੰਘ ਨੂੰ ਵੀ गिरफ्तार किया गया है ते खेमप्रीत सिंह नूं भी 21 साल के खेमप्रीत सिंह नूं मंगलवार नूं गिरफ्तार किया गया ते 33 साल मनिंदरजीत उर्फ जरमनजीत सिंह नेपाल जाण लई जहाज़ ते चढ़न वाला सी, पर पुलिस ने उसनूं गिरफ्तार कर लिया। उसने नेपाल तो हुंदे होए बरतानिया जाना सी। दिल्ली पुलिस ने इल्जाम लाया है कि दोवें नौजवान लाल किले ते होई हिंसा दे विच शामिल सन। किसानां दे निशाने ते आए हुए बीजेपी लीडर हरजीत गरेवाल ने एसजीपीसी प्रधान बीबी जगीर कौर नूं एक्ट दी मर्यादा दस्सण दी कोशिश कीती है। तां बीबी जगीर कौर ने भी कहा कि श्रोमणी कमेटी ने की करना है की नहीं करना सानूं हरजीत गरेवाल ना दस्से। दरअसल हरजीत गरेवाल ने चिट्ठी लिख के किसान अंदोलन दे विच एसजीपीसी की भूमिका बारे सवाल चुकदिआं बीबी जगीर कौर नूं अजिहियां गतिविधियां तो दूर रहण अते एक धार्मिक संस्था का अक्स बरकरार रखण दी नसीहत दित्ती है। चिट्ठी विच उन्हां ने दिल्ली दे बार्डरां ते अंदोलन कर रहे किसानां दे लई एसजीपीसी दे वल्लों आरजी शैड बना के देण दा जिक्र कीता है। कहा कि बीबी जगीर कौर ने खुद ये बयान दिता सी कि किसानां लई चल रहे लंगर ते आरजी पखाने जारी रहणगे। गर्मियां दी रुत आ गई है ते शैड भी बना के देंगे, पखे वगैरह का प्रबंध है जिहड़ा वो भी करांगे। एसजीपीसी ने अंदोलन विच जान गवाउण वाले किसानां दे परिवारां नूं 1-1 लाख रुपए की वित्ती सहायता देण दी भी गल कही है। ते गरेवाल ने लिखिया कि एसजीपीसी की असल भूमिका गुरुद्वारियां दा प्रबंध देखना है। उन्होंने कहा कि एक निरोल धार्मिक संस्था होने के नाते एसजीपीसी का किसान अंदोलन में सीधे तौर पर दखल देना जिथे वख-वख मजहबां दे लोग ने, मैं समझदा कि सिख गुरुद्वारा एक्ट 1925 और पंजाब एक्ट 8 1925 की व्याख्या के उल्ट है। उन्होंने कहा कि एसजीपीसी इस तरह करके अपने अधिकार खेतर दीयां हद्दां ही पार नहीं कर रही, बल्कि किसान अंदोलन नूं एक फिरकू रंगत भी दे रही है, जो कि बेलोड़ी ते मंदभागी गल है। उन्होंने कहा कि एसजीपीसी प्रधान नूं अजिहियां गतिविधियां तो दूर रहना चाहिए। ते मोड़वां जवाब दिंदिआं एसजीपीसी प्रधान बीबी जगीर कौर ने कहा कि की सानू हुण हरजीत गरेवाल सिखाउणगे कि एसजीपीसी ने करना की है ते की नहीं करना। बीबी जगीर कौर ने कहा कि गुरु घर दी की ड्यूटी है ये सानू हरजीत गरेवाल ना दस्सण, साडे की अधिकार ने, असीं की करना है इस बारे सानू पता है, सानू अपने कारजां दा भी इलम है, सानू किरत करन ते वंड छकण दी सोझी पहले पातशाह तो मिली है। जे किसी भुखे दे मूँह च रोटी नहीं पा सकदे तां सिੱਖਿਆਵਾਂ दा कोई फायदा नहीं। गुरु साहिब ने तां साडे मन नूं भी किसानी दे नाल जोड़िया। पातशाह ने सानू सेवा करनी दसी है, गुरु दे दसवंध विचों जिस दा भी भला हो सकदा है असीं करदे हां, यही सानू सिੱਖਿਆ दित्ती गई है। उन्हां कहा कि जेकर असीं मोर्चे विच बैठे अपने वीरां दी सेवा लई कुछ कीता है जां कर रहे हां तां इस बारे इहो जिहे बयान देने हरजीत गरेवाल वर्गे बंदे दे मूँह चों फबदे नहीं कि वो इस दा विरोध करे। सानू अपने फर्जां दा पता है ते सानू हरजीत गरेवाल वर्गा कोई भी सिੱਖਿਆ ना देवे। लोक सभा दे विच केंद्रीय गृह राज मंत्री जी किशन रेड्डी ने जानकारी दी कि दिल्ली पुलिस ने किसानां दे विरोध प्रदर्शनां दौरान राजधानी दे विच 26 जनवरी नूं होई हिंसा तो बाद विदेशियां समेत वख-वख धारावां दे तहत कुल 38 केस दर्ज कीते ने। मंत्री ने लिखती जवाब दे विच लोक सभा च कहा है कि दिल्ली पुलिस की जानकारी के मुताबिक अंदोलन के मद्देनज़र दिल्ली बॉर्डरां ते कोई भी सड़क नहीं पुट्टी गई बल्कि सुरक्षा मजबूत की गई है। सो ये सारी जानकारी सरकार दे वल्लों दित्ती गई है, पर असल
ਹਕੀਕਤ ਕੀ ਹੈ ਉਹ ਗਰਾਊਂਡ ਤੇ ਜਾ ਕੇ ਤੁਸੀਂ ਸਾਰੇ ਦੇਖ ਸਕਦੇ ਹੋ। ਬੁਲੇਟਿਨ ਦੇ ਵਿੱਚ ਹੁਣ ਜ਼ਿਕਰ ਕਰਦੇ ਹਾਂ ਉਸ ਮਸਲੇ ਦਾ ਜਿਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਤੋਂ ਨਾਰਾਜ਼ ਨੇ। ਕਿਸਾਨ ਤਾਂ ਹੈ ਹੀ, ਕਿਉਂਕਿ ਕੇਂਦਰ ਸਰਕਾਰ ਦੇ ਫਸਲਾਂ ਦੀ ਅਦਾਇਗੀ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਕਰਨ ਦੇ ਫੈਸਲੇ ਨੂੰ ਨਾ ਮਨਜ਼ੂਰ ਕੀਤਾ ਹੈ ਕਿਸਾਨਾਂ ਦੇ ਨਾਲ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ। ਇਸ ਫੈਸਲੇ ਤੋਂ ਔਖੇ ਆੜ੍ਹਤੀਆਂ ਨੇ ਸਰਕਾਰ ਦੇ ਫਰਮਾਨ ਦੇ ਵਿਰੁੱਧ ਪੰਜਾਬ ਭਰ ਦੇ ਵਿੱਚ 10 ਮਾਰਚ ਤੋਂ ਹੜਤਾਲ ਤੇ ਜਾਣ ਦਾ ਐਲਾਨ ਵੀ ਕੀਤਾ ਹੈ ਤੇ ਚਲੇ ਵੀ ਗਏ ਨੇ। ਤੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਕਰਨ ਦੀ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ਹੁਣ ਖੁਦ ਹੀ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਨੇ। ਉਹਨਾਂ ਨੂੰ ਕੇਂਦਰ ਦੇ ਇਸ ਫੈਸਲੇ ਵਿੱਚ ਸਾਜ਼ਿਸ਼ ਨਜ਼ਰ ਆਉਣ ਲੱਗੀ ਹੈ। ਆੜ੍ਹਤੀਏ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਦਾ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਵਿਰੋਧ ਕਰਕੇ ਦਹਾਕਿਆਂ ਤੋਂ ਆਪਣੇ ਖਾਤੇ ਵਿੱਚ ਪਾਉਣ ਦੀ ਰਵਾਇਤ ਜਾਰੀ ਰੱਖਣ ਦੀ ਵਕਾਲਤ ਕਰ ਰਹੇ ਨੇ, ਜਦਕਿ ਕੇਂਦਰ ਪੈਸਾ ਕਿਸਾਨ ਦੇ ਖਾਤੇ ਵਿੱਚ ਪਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਦਰਅਸਲ ਹੁਕਮ ਜਾਰੀ ਕੀਤਾ ਹੈ ਕਿ ਇਸ ਵਾਰ ਫਸਲ ਦੀ ਸਿੱਧੀ ਅਦਾਇਗੀ FFMS ਯਾਨੀ ਕਿ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਪੋਰਟਲ ਰਾਹੀਂ ਕਿਸਾਨਾਂ ਦੇ ਸਿੱਧਾ ਬੈਂਕ ਖਾਤਿਆਂ ਦੇ ਵਿੱਚ ਕੀਤੀ ਜਾਏਗੀ। FCI ਦੇ ਵੱਲੋਂ ਕਿਸਾਨਾਂ ਨੂੰ ਭੁਗਤਾਨ ਰਾਹੀਂ ਸਿੱਧੀ ਅਦਾਇਗੀ ਲਈ ਜ਼ਮੀਨ ਦਾ ਰਿਕਾਰਡ ਵੈਬ ਪੋਰਟਲ ਉੱਤੇ ਅਪਲੋਡ ਕਰਨ ਦੀ ਸ਼ਰਤ ਰੱਖੀ ਗਈ ਹੈ। ਯਾਨੀ ਕਿ FCI ਹੁਣ ਆੜ੍ਹਤੀਆਂ ਨੂੰ ਨਹੀਂ ਬਲਕਿ ਸਿੱਧਾ ਕਿਸਾਨਾਂ ਨੂੰ ਪੈਸੇ ਉਹਨਾਂ ਦੇ ਖਾਤੇ ਵਿੱਚ ਪਾਏਗੀ। ਪਰ ਅਜਿਹਾ ਕਰਨ ਦੇ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਸਾਰਾ ਰਿਕਾਰਡ ਪੋਰਟਲ ਦੇ ਉੱਤੇ ਅਪਲੋਡ ਕਰਨਾ ਪਏਗਾ। ਉਸ ਤੋਂ ਬਾਅਦ ਹੀ ਇਹ ਜਿਹੜੀ ਅਦਾਇਗੀ ਹੈ ਕਿਸਾਨਾਂ ਦੇ ਖਾਤੇ ਵਿੱਚ ਹੋ ਸਕੇਗੀ। ਪਹਿਲਾਂ ਹੀ ਸਾਰੇ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਲਿੰਕ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਇਸ ਸਿਸਟਮ ਨੂੰ ਸਰਕਾਰ ਨੇ 2018 ਵਿੱਚ ਹੀ ਲਾਂਚ ਕਰ ਦਿੱਤਾ ਸੀ, ਪਰ ਕੁਝ ਕਾਰਨਾਂ ਕਰਕੇ ਲਾਗੂ ਨਹੀਂ ਸੀ ਹੋ ਸਕਿਆ। ਤੇ ਆੜ੍ਹਤੀਆਂ ਨੂੰ ਇਸ ਫੈਸਲੇ ਦੇ ਉੱਤੇ ਦਿੱਕਤ ਕਿਉਂ ਹੈ? ਕਿਉਂਕਿ ਆੜ੍ਹਤੀਆ ਵਿਚੋਲਗੀ ਦਾ ਕੰਮ ਹੈ ਜਿਹੜਾ ਉਹ ਨਿਭਾਉਂਦਾ ਹੈ ਸਰਕਾਰ, ਜਾਂ ਕਹਿ ਲਈ ਕਿ FCI ਤੇ ਕਿਸਾਨਾਂ ਦੇ ਵਿਚਾਲੇ ਵਿਚੋਲਾ ਹੈ ਜਿਹੜਾ ਉਹ ਆੜ੍ਹਤੀਆ ਹੁੰਦਾ ਹੈ। ਕਿਸਾਨ ਸਿੱਧੀ ਜਿਹੜਾ ਸਰਕਾਰ ਨੂੰ ਫਸਲ ਨਹੀਂ ਵੇਚ ਸਕਦੇ, ਪਹਿਲਾਂ ਕਿਸਾਨ ਆੜ੍ਹਤੀਏ ਨੂੰ ਵੇਚਦੇ ਨੇ, ਆੜ੍ਹਤੀਆ ਅੱਗੇ ਸਰਕਾਰਾਂ ਨੂੰ ਦਿੰਦਾ ਹੈ ਤੇ ਇਸ ਦੇ ਬਦਲੇ ਆੜ੍ਹਤੀਏ ਨੂੰ 2.5% ਦੀ ਕਮਿਸ਼ਨ ਮਿਲਦਾ ਹੈਗਾ। ਪੰਜਾਬ ਦੇ ਵਿੱਚ 1967 ਤੋਂ ਇਹ ਸਿਸਟਮ ਚੱਲ ਰਿਹਾ ਹੈ ਜਿੱਥੇ ਕਿਸਾਨ ਆੜ੍ਹਤੀਆਂ ਦੇ ਰਾਹੀਂ ਹੀ ਅਦਾਇਗੀ ਲੈਂਦੇ ਨੇ ਤੇ ਇਸ ਦੇ ਨਾਲ ਹੀ ਆੜ੍ਹਤੀਏ ਤੇ ਕਿਸਾਨ ਦਾ ਇੱਕ ਬੜਾ ਹੀ ਡੂੰਘਾ ਰਿਸ਼ਤਾ ਜਿਹੜਾ ਉਹ ਬਣਿਆ ਹੋਇਆ। ਹਾਲਾਂਕਿ ਆੜ੍ਹਤੀਏ ਵੀ ਕਿਸਾਨਾਂ ਦੀ ਖੂਬ ਲੁੱਟ ਕਰਦੇ ਨੇ, ਇਹ ਇੱਕ ਵੱਖਰਾ ਮਸਲਾ ਹੈ। ਆੜ੍ਹਤੀਆਂ ਦੇ ਕੋਲ ਲੋੜ ਪੈਣ ਤੇ ਕਰਜ਼ਾ ਵੀ ਕਿਸਾਨ ਲੈਂਦੇ ਨੇ। ਪੇਂਡੂ ਭਾਸ਼ਾ ਵਿੱਚ ਆੜ੍ਹਤੀਏ ਨੂੰ ਕਿਸਾਨ ਦਾ ATM ਵੀ ਕਿਹਾ ਜਾਂਦਾ ਹੈ। ਆੜ੍ਹਤੀਏ ਨੂੰ ਪਤਾ ਹੁੰਦਾ ਹੈ ਕਿ ਅਗਲੀ ਫਸਲ ਉਸ ਕੋਲ ਹੀ ਆਉਣੀ ਹੈ, ਇਸ ਕਰਕੇ ਐਡਵਾਂਸ ਪੈਸਾ ਵੀ ਕਿਸਾਨ ਲੈ ਸਕਦਾ ਹੈ ਤੇ ਰਿਸ਼ਤਾ ਇਹਨਾਂ ਦਾ ਕਾਫੀ ਗੂੜਾ ਵੀ ਮੰਨਿਆ ਜਾਂਦਾ ਹੈ। ਪਰ ਕਿਤੇ ਕਿਤੇ ਆੜ੍ਹਤੀਏ ਕਿਸਾਨਾਂ ਨੂੰ ਲੁੱਟਦੇ ਵੀ ਰਹਿੰਦੇ ਨੇ। ਇਸ ਮਸਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਵੀ ਹੁਣ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਸਾਡੀ ਯੂਨੀਅਨ ਹੈ ਜਿਹੜੀ ਉਹ ਸਿੱਧੀ ਅਦਾਇਗੀ ਦੇ ਪੱਖ ਵਿੱਚ ਸੀ, ਪਰ ਹੁਣ ਸਰਕਾਰ ਇਸ ਕਦਮ ਦੇ ਰਾਹੀਂ ਕਿਸਾਨਾਂ ਨੂੰ ਖੁਸ਼ ਕਰਨ ਦੀ ਬਜਾਏ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੰਮ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਲੁੱਟ ਸਕਣ। ਤੇ ਇਸ ਵਕਤ ਲੜਾਈ ਕੇਂਦਰ ਦੇ ਬਿੱਲਾਂ ਨੂੰ ਲੈ ਕੇ ਹੈ, ਆੜ੍ਹਤੀਆਂ ਦੇ ਨਾਲ ਸਾਡੀ ਨਹੀਂ ਹੈ। ਆੜ੍ਹਤੀਆਂ ਦੇ ਨਾਲ ਜਿਹੜਾ ਮਸਲਾ ਹੈ ਉਹ ਅਸੀਂ ਆਪਣੇ ਆਪ ਸੁਲਝਾ ਲਵਾਂਗੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਲੀਡਰਾਂ ਨੇ ਵੀ ਕਿਹਾ ਕਿ ਅੰਦੋਲਨ ਦੇ ਬਹਾਨੇ ਸਰਕਾਰ ਆੜ੍ਹਤੀਆਂ ਨੂੰ ਤੰਗ ਕਰ ਰਹੀ ਹੈ। ਉਹ ਸਿੱਧੀ ਅਦਾਇਗੀ ਦੇ ਪੱਖ ਵਿੱਚ ਹਨ, ਪਰ ਸਰਕਾਰ ਨੇ ਜੋ ਸਮਾਂ ਇਸ ਨੂੰ ਲਾਗੂ ਕਰਨ ਦੇ ਲਈ ਚੁਣਿਆ ਉਹ ਬਿਲਕੁਲ ਗਲਤ ਹੈ। ਹੁਣ ਆੜ੍ਹਤੀਏ ਕੀ ਕਹਿੰਦੇ ਨੇ? ਪੰਜਾਬ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ। ਝੋਨੇ ਦੀ ਸਰਕਾਰੀ ਖਰੀਦ ਹਾਲਾਂਕਿ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਮੌਸਮ 'ਚ ਆਈ ਤਬਦੀਲੀ ਕਾਰਨ ਗਰਮੀ ਵੱਧ ਰਹੀ ਹੈ, ਫਸਲਾਂ ਛੇਤੀ ਪੱਕ ਜਾਣਗੀਆਂ। ਇਸ ਕਰਕੇ 10 ਮਾਰਚ ਤੋਂ ਅਸੀਂ ਪੰਜਾਬ ਭਰ ਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ, ਯਾਨੀ ਕਿ 10 ਮਾਰਚ ਬੁੱਧਵਾਰ ਤੋਂ ਸਾਰੇ ਜਿਹੜੇ ਆੜ੍ਹਤੀਏ ਨੇ ਪੰਜਾਬ ਦੇ ਉਹ ਹੜਤਾਲ ਤੇ ਚਲੇ ਗਏ ਨੇ। ਪੰਜਾਬ ਦੇ ਵਿੱਚ 25,000 ਦੇ ਕਰੀਬ ਆੜ੍ਹਤੀਏ ਨੇ, ਕੁਝ ਨਿੱਜੀ ਤੌਰ ਤੇ ਵੀ ਕਾਰੋਬਾਰ ਕਰਦੇ ਨੇ। ਚੀਮਾ ਮੁਤਾਬਿਕ ਵੱਡੀਆਂ ਕੰਪਨੀਆਂ ਚਾਹੁੰਦੀਆਂ ਨੇ ਕਿ ਆੜ੍ਹਤੀਆ ਸਿਸਟਮ ਖਤਮ ਹੋ ਜਾਵੇ ਤੇ ਫਿਰ ਕੰਪਨੀਆਂ ਆਪਣੀ ਮਨਮਰਜ਼ੀ ਦੇ ਭਾਅ ਤੇ ਕਿਸਾਨ ਤੋਂ ਸਿੱਧੀ ਖਰੀਦ ਕਰਨ। ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਵੱਲੋਂ ਆੜ੍ਹਤੀਆਂ ਨੂੰ ਲਾਂਭੇ ਕਰਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਪ੍ਰਸਤਾਵ ਨੂੰ ਕਿਸਾਨਾਂ ਨੂੰ ਭੜਕਾਉਣ ਵਾਲਾ ਇੱਕ ਹੋਰ ਕਦਮ ਦੱਸਿਆ। ਕੈਪਟਨ ਦੇ ਮੁਤਾਬਿਕ ਇਹ ਖੇਤੀ ਕਾਨੂੰਨ ਦੇ ਮੌਜੂਦਾ ਸੰਕਟ ਨੂੰ ਹੋਰ ਵਧਾ ਦੇਵੇਗਾ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦਾ ਬੇਰੁਖੀ ਵਾਲਾ ਰਵੱਈਆ ਸਥਿਤੀ ਨੂੰ ਸੁਲਝਾਉਣ ਵਿੱਚ ਨਹੀਂ ਬਲਕਿ ਉਲਝਾਉਣ ਵਿੱਚ ਜ਼ਿਆਦਾ ਜਿਹੜਾ ਸਹਾਈ ਸਿੱਧ ਹੋ ਰਿਹਾ ਹੈ। ਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਦੇ ਉੱਤੇ ਆੜ੍ਹਤੀਆਂ
ਕਿਸਾਨੀਆਂ ਦੇ ਨਾਲ ਖੜੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਮੁਤਾਬਿਕ ਜ਼ਮੀਨ ਦਾ ਰਿਕਾਰਡ ਕੰਪਿਊਟਰ ਉੱਤੇ ਅਪਲੋਡ ਕਰਨਾ ਸੌਖਾ ਨਹੀਂ ਹੈ ਕਿਸਾਨਾਂ ਦੇ ਲਈ। ਕਿਸਾਨਾਂ ਨੂੰ ਆਪਣੀ ਫਸਲ ਦੇ ਪੈਸੇ ਲੈਣ 'ਚ ਕਾਫੀ ਦਿੱਕਤ ਆਏਗੀ ਤੇ ਜੋ ਜ਼ਮੀਨਾਂ ਤਕਸੀਮ ਨਹੀਂ ਹੋਈਆਂ ਉੱਥੇ ਵੀ ਦਿੱਕਤ ਆਏਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕਿਸਾਨੀ ਨੂੰ ਪਰੇਸ਼ਾਨ ਕਰ ਰਹੀ ਹੈ। ਪੇਮੈਂਟ ਦਾ ਫੈਸਲਾ ਕਿਸਾਨ ਦੀ ਮਰਜ਼ੀ ਤੇ ਛੱਡ ਦੇਣਾ ਚਾਹੀਦਾ ਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਕਣਕ ਦੀ ਖਰੀਦ ਵਿੱਚ ਬਹੁਤੀ ਦਿੱਕਤ ਆਏਗੀ। ਤੇ ਇਸ ਪੂਰੇ ਮਸਲੇ ਦੇ ਵਿੱਚ, ਪੂਰੇ ਫੈਸਲੇ ਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਜੇ ਇਹ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਜਾਂਦਾ ਕੇਂਦਰ ਸਰਕਾਰ ਦਾ ਫੈਸਲਾ ਤਾਂ ਆੜਤੀਆ ਸਿਸਟਮ ਪੂਰੇ ਦੇਸ਼ ਵਿੱਚੋਂ ਖਤਮ ਹੋ ਜਾਏਗਾ ਤੇ ਫਿਰ ਆੜਤੀਏ ਕਰਨਗੇ ਕਿ ਇਹ ਸਿਰਫ ਆੜਤੀਆਂ ਨੂੰ ਹੀ ਚਿੰਤਾ ਹੈ, ਸ਼ਾਇਦ ਹੋਰ ਕਿਸੇ ਨੂੰ ਨਹੀਂ ਹੈ। ਸਿੰਘੂ ਬਾਰਡਰ ਤੇ ਦਿਲ ਦਾ ਦੌਰਾ ਪੈਣ ਕਾਰਨ ਸੁਲਤਾਨਪੁਰ ਲੋਧੀ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਬਲਦੇਵ ਸਿੰਘ ਪਿੰਡ ਡਡਵੰਡੀ ਦਾ ਰਹਿਣ ਵਾਲਾ ਸੀ। ਇਸ ਕਿਸਾਨ ਨੂੰ ਬੀਤੀ ਰਾਤ 8 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਹਸਪਤਾਲ ਦਾਖਲ ਕਰਨ ਤੋਂ ਬਾਅਦ ਕਿਸਾਨ ਦੀ ਮੌਤ ਹੋ ਗਈ। ਬੀਬੀ ਸੁਖਪਾਲ ਕੌਰ 8 ਮਾਰਚ ਨੂੰ ਦਿੱਲੀ ਦੇ ਮੋਰਚਿਆਂ ਤੇ ਮਨਾਏ ਗਏ ਮਹਿਲਾ ਦਿਵਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਾਪਸ ਪਰਤ ਰਹੀ ਸੀ, ਪਰ ਫਤਿਹਾਬਾਦ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਬੀਬੀ ਸੁਖਪਾਲ ਕੌਰ ਦੀ ਮੌਤ ਹੋ ਗਈ। ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਕੰਗਨਾ ਰਣੌਤ ਮੁੜ ਮੁਸੀਬਤ ਦੇ ਵਿੱਚ ਫਸ ਗਈ ਹੈ। ਡੀਐਸਜੀਐਮਸੀ ਵੱਲੋਂ ਕੀਤੀ ਸ਼ਿਕਾਇਤ ਤੇ ਦਿੱਲੀ ਦੀ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ ਐਕਸ਼ਨ ਟੇਕਨ ਰਿਪੋਰਟ ਯਾਨੀ ਕਿ ATR ਦਾਇਰ ਕਰਨ ਦੇ ਆਦੇਸ਼ ਦਿੱਤੇ ਨੇ। ਅਦਾਲਤ ਨੇ ਪੁਲਿਸ ਨੂੰ ਕਿਹਾ ਕਿ 24 ਅਪ੍ਰੈਲ ਤੱਕ ਦੱਸਣਗੇ ਇਸ ਮਾਮਲੇ ਦੇ ਵਿੱਚ ਕੀ ਵਾਪਰਿਆ। ਇਹ ਹੁਕਮ ਅਦਾਲਤ ਵੱਲੋਂ ਦਿੱਲੀ ਦੇ ਨਾਰਥ ਐਵੀਨਿਊ ਥਾਣੇ ਨੂੰ ਦਿੱਤੇ ਗਏ ਨੇ। ਕੰਗਨਾ ਖਿਲਾਫ FIR ਦਰਜ ਕਰਨ ਦੀ ਮੰਗ ਕਰਦਿਆਂ ਦਿੱਲੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਅਪਮਾਨਜਨਕ ਟਵੀਟ ਰਾਹੀਂ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਕੰਗਨਾ ਨਫ਼ਰਤ ਫੈਲਾ ਰਹੀ ਹੈ। ਪੰਜਾਬ ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਤੇ ਅੰਦਰ ਹੰਗਾਮੇ ਦੀਆਂ ਖਬਰਾਂ ਨੇ। ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, 10 ਮਾਰਚ ਨੂੰ ਖਤਮ ਹੋ ਗਿਆ। 8 ਮਾਰਚ ਨੂੰ ਬਜਟ ਹੈ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਇਸ ਬਜਟ ਦੇ ਵਿੱਚ ਕਿਸਾਨਾਂ, ਔਰਤਾਂ ਤੇ ਵਿਦਿਆਰਥੀਆਂ ਸਣੇ ਜਿਹੜੇ ਹੋਰ ਵਰਗ ਹੈਗੇ ਨੇ ਉਹਨਾਂ ਲਈ ਭਾਵੇਂ ਸਰਕਾਰ ਨੇ ਵੱਡੇ ਐਲਾਨ ਕੀਤੇ ਨੇ, ਪਰ ਹਰ ਵਰਗ ਇਸ ਬਜਟ ਤੋਂ ਖੁਸ਼ ਨਹੀਂ ਹੈ। ਵਿਰੋਧੀ ਪਾਰਟੀਆਂ ਲਗਾਤਾਰ ਸੈਸ਼ਨ ਦੇ ਵਿੱਚ ਆਖਰੀ ਦਿਨ ਹੰਗਾਮਾ ਕਰਦੀਆਂ ਰਹੀਆਂ। ਅਕਾਲੀਆਂ ਦੇ ਕੁਝ ਵਿਧਾਇਕਾਂ ਨੂੰ ਵੀ ਸਦਨ ਤੋਂ ਸਸਪੈਂਡ ਕੀਤਾ ਗਿਆ, ਪਰ 8 ਮਾਰਚ ਨੂੰ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਹਨਾਂ ਨੂੰ ਮੁੜ ਤੋਂ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਵੀ ਦਿੱਤੀ ਗਈ। ਸੋ ਪੰਜਾਬ ਸਰਕਾਰ ਦਾ ਇਹ ਜਿਹੜਾ ਬਜਟ ਇਜਲਾਸ 10 ਦਿਨ ਚੱਲਿਆ, 10 ਦਿਨ ਹੰਗਾਮੇ ਭਰਪੂਰ ਰਿਹਾ। ਵਿਰੋਧੀ ਪਾਰਟੀਆਂ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਵੱਲੋਂ ਲਗਾਤਾਰ ਵਿਰੋਧ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ ਦੇ ਖਿਲਾਫ ਕੀਤਾ ਗਿਆ। ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ, ਕਿਉਂਕਿ 25 ਲੱਖ ਰੁਪਏ ਜੁਰਮਾਨਾ, ਮੌਤ ਹੋਣ ਤੇ ਫਾਂਸੀ ਹੋਏਗੀ। यानी कि जे तुसी जहरीली शराब वेचते फड़े जाते हो तुहानू 25 लाख रुपए तक का जुर्माना, जे जहरीली शराब पीण दे नाल पियाकड़ां दी मौत हो जाती है तो फांसी भी हो सकती है। जुलाई 2020 दे विच पंजाब दे 3 ਜ਼ਿਲ੍ਹਿਆਂ अमृतसर, गुरदासपुर ते तरनतारन दे विच जहरीली शराब पीण कारण 125 तो भी वध लोकां दी मौत हो गई सी, जिस तो बाद हुण पंजाब सरकार ने वड्डा एक्शन लिया। जहरीली शराब वेचण वालियां नू सख्त सज़ा दा सामना करना पएगा। पंजाब विधान सभा दे विच जिहड़े 8 बिल पास कीते गए ने उन्हां दे विच पंजाब आबकारी सोध बिल 2021 भी शामिल है। इस बिल तहत जेकर सूबे दे विच कोई जहरीली शराब पीण नाल मर जांदा है तां दोषियां नू मौत दी सज़ा जां फिर उम्र कैद हो सकदी है ते 25 लाख रुपए दा जुर्माना वखरा होएगा। बिल दे विच यह भी तजवीज़ है कि जे कोई व्यक्ति जहरीली शराब पीण कारण अपाहिज हो जाता है तो शराब विक्रेता नूं घट्टो घट्ट 6 साल की सज़ा ते 10 लाख रुपए का जुर्माना भुगतना पवेगा। जे कोई व्यक्ति जख्मी है तो गंभीर रूप से बीमार हो जाता है तो शराब के ठेकेदार नूं 1 साल की सज़ा ते 5 लाख रुपए का जुर्माना हो सकता है। जे जहरीली शराब नाल किसी नूं नुकसान ना भी होवे तां भी अजिही शराब बेचण वाले नूं 6 महीने की कैद ते 2.5 लाख रुपए का जुर्माना किया जाएगा। किसानी संघर्ष दौरान रिलायंस के स्टोर, रिलायंस के सिम, रिलायंस के मोबाइल का पंजाब दे विच तिखा विरोध किया गया है तो हुण वड्डी खबर आ रही है कि पावरकॉम ने हुण रिलायंस जियो मोबाइल सिम वरतण की तैयारी विढ़ लई है। पावरकॉम मैनेजमेंट ते रिलायंस जियो दे विच इस बारे एक समझौता होने वाला है। इस फैसले नूं अगले दिनों दौरान लागू भी किया जा रहा है। हैरानी है कि पंजाब सने देश के होर सूबों में जिथे खेती कानूनों के खिलाफ किसान सड़कों ते ने ते रिलायंस उत्पादों का बाईकॉट वड्डे पद्धर ते हो रहा है, उत्थे ही पंजाब का अदारा है, वड्डा अदारा है पावरकॉम, ये रिलायंस के नाल सांझ पाउण जा रहा है।
ਪਾਵਰਕੌਮ ਦੀ ਇੱਕ ਜਿਹੜੀ ਚਿੱਠੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਇਹ ਚਿੱਠੀ ਇੰਜੀਨੀਅਰ ਵੰਡ ਉੱਤਰ ਜ਼ੋਨ ਜਲੰਧਰ ਦੇ ਵੱਲੋਂ ਭੇਜੀ ਜਾ ਰਹੀ ਹੈ। ਇਸ ਦੇ ਮੁਤਾਬਿਕ ਅਦਾਰੇ ਦੇ ਅੰਦਰ ਵੋਡਾਫੋਨ ਮੋਬਾਈਲ ਸਿਮ ਦੀ ਥਾਂ ਹੁਣ ਰਿਲਾਇੰਸ ਜੀਓ ਦੇ ਸਿਮ ਜਾਰੀ ਕੀਤੇ ਜਾਣ ਸੰਬੰਧੀ ਸੂਚਿਤ ਕਰਦਿਆਂ ਵੋਡਾਫੋਨ ਦੇ ਪਹਿਲਾਂ ਤੋਂ ਚੱਲ ਰਹੇ ਸਿਮਾਂ ਦਾ ਵੇਰਵਾ ਮੰਗਿਆ ਗਿਆ। ਪਾਵਰਕੌਮ ਦੇ ਸੂਤਰਾਂ ਦੇ ਮੁਤਾਬਿਕ ਰਿਲਾਇੰਸ ਜੀਓ ਦੇ ਘੱਟ ਰੇਟ ਕਾਰਨ ਅਦਾਰੇ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਸ ਕੰਪਨੀ ਦੇ ਸਿਮ ਦਿੱਤੇ ਜਾਣਗੇ। ਅਜਿਹੇ ਸਿਮਾਂ ਦੀ ਵਰਤੋਂ ਸੰਬੰਧੀ ਭਾਵੇਂ ਮੁਲਾਜ਼ਮਾਂ ਨੂੰ ਅਦਾਰੇ ਵੱਲੋਂ ਕੋਈ ਪੈਸਾ ਨਹੀਂ ਅਦਾ ਕੀਤਾ ਜਾਂਦਾ, ਫਿਰ ਵੀ ਫੈਸਲਾ ਲਾਗੂ ਕਰਨ ਦਾ ਅਧਿਕਾਰ ਮੈਨੇਜਮੈਂਟ ਦੇ ਕੋਲ ਹੁੰਦਾ ਹੈ। ਜਲੰਧਰ ਤੋਂ ਖਬਰ ਹੈ, ਜਿੱਥੇ ਗੱਡੀ ਲਈ ਸਾਈਡ ਨਾ ਦੇਣ ਕਾਰਨ ਗੋਲੀਆਂ ਮਾਰ ਕੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਿਲ੍ਹੇ ਦੇ ਪਿੰਡ ਅਲੀ ਚੱਕ ਤੋਂ ਸਹਿਚੰਗੀ ਨੂੰ ਜਾਂਦੀ ਸੜਕ ਤੇ 10 ਮਾਰਚ ਦੀ ਸਵੇਰੇ ਗੱਡੀ ਨੂੰ ਰਾਹ ਨਾ ਦੇਣ ਤੋਂ ਪੈਦਾ ਹੋਏ ਝਗੜੇ ਵਿੱਚ ਗੋਲੀ ਚੱਲਣ ਦੇ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ। ਪਿੰਡ ਅਲੀ ਚੱਕ ਦੇ ਸਰਪੰਚ ਮੋਤਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਨੌਜਵਾਨ ਮਨਿੰਦਰ ਸਿੰਘ ਆਪਣੀ ਗੱਡੀ ਵਿੱਚ ਪਿੰਡ ਤੋਂ ਸਹਿਚੰਗੀ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਉਸ ਹਰਪ੍ਰੀਤ ਸਿੰਘ ਦੇ ਨਾਲ ਉਸ ਦਾ ਗੱਡੀ ਨੂੰ ਸਾਈਡ ਨਾ ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਵਿੱਚ ਮਨਿੰਦਰ ਸਿੰਘ ਨੇ ਹਰਪ੍ਰੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਤੇ 2 ਗੋਲੀਆਂ ਲੱਗਣ ਨਾਲ ਹਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਤੇ ਗੋਲੀ ਚਲਾਉਣ ਤੋਂ ਬਾਅਦ ਮਨਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਹਿਮਾਚਲ ਪ੍ਰਦੇਸ਼ ਤੋਂ ਖਬਰ ਹੈ, ਜਿੱਥੇ ਚੰਬਾ ਦੇ ਤੀਸਾ ਦੇ ਵਿੱਚ ਪ੍ਰਾਈਵੇਟ ਬੱਸ ਖੱਡ ਵਿੱਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 11 ਲੋਕ ਜ਼ਖਮੀ ਹੋ ਗਏ ਨੇ। ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਪ੍ਰਾਈਵੇਟ ਬੱਸ ਬੋਂਦੇੜੀ ਤੋਂ ਚੰਬਾ ਜਾ ਰਹੀ ਸੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਨੇ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ। ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਨੇ 32 ਕਰੋੜ ਤੋਂ ਵੱਧ ਪੈਸਾ ਖਰਚ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਭੇਜਿਆ। ਇਸ ਸੰਬੰਧੀ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ ਦੇ ਸਵਾਲ ਤੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਨੇ ਕੁੱਲ 6,15,799 ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜਿਆ, ਜਿਸ ਤੇ 32 ਕਰੋੜ ਤੋਂ ਵੱਧ ਦੀ ਰਾਸ਼ੀ ਹੈ ਜਿਹੜੀ ਉਹ ਖਰਚ ਕੀਤੀ ਗਈ। ਪ੍ਰਤੀ ਵਿਅਕਤੀ ਕਰੀਬ 533 ਰੁਪਏ ਨੇ ਜਿਹੜੇ ਉਹ ਖਰਚੇ ਗਏ। ਆਉਂਦੇ ਮਹੀਨੇ ਅਪ੍ਰੈਲ ਮਹੀਨੇ ਦੇ ਵਿੱਚ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਹੈ ਜਿਹੜਾ ਉਹ ਖਾਲਸੇ ਦੇ ਵੱਲੋਂ ਮਨਾਇਆ ਜਾਣਾ ਹੈ। ਪਾਕਿਸਤਾਨ ਦੇ ਵਿੱਚ ਵੀ ਸਮਾਗਮ ਹੋਣੇ ਨੇ ਤੇ ਇਸ ਬਾਰੇ ਪਾਕਿਸਤਾਨ ਔਕਾਫ ਬੋਰਡ ਦੇ ਹੈੱਡ ਆਫਿਸ ਲਾਹੌਰ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਅਮੀਰ ਸਿੰਘ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਵਿਸਾਖੀ ਮੌਕੇ 3000 ਦੇ ਕਰੀਬ ਸਿੱਖ ਸੰਗਤ ਨੂੰ ਵੀਜ਼ਾ ਦਿੱਤਾ ਜਾਏਗਾ। 12 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ 3000 ਦੇ ਕਰੀਬ ਸਿੱਖ ਸੰਗਤ ਨੂੰ ਵੀਜ਼ੇ ਦਿੱਤੇ ਜਾਣਗੇ। ਇਹ ਜਥਾ ਪੰਜਾ ਸਾਹਿਬ ਗੁਰਦੁਆਰਾ ਪਹੁੰਚੇਗਾ। ਉਹਨਾਂ ਕਿਹਾ ਕਿ ਜੇਕਰ ਕੋਵਿਡ ਦੀਆਂ ਕੋਈ ਪਾਬੰਦੀਆਂ ਨਾ ਰਹੀਆਂ ਤਾਂ ਵਿਸਾਖੀ ਦਾ ਦਿਹਾੜਾ ਮਨਾਉਣ ਤੋਂ ਬਾਅਦ ਜਥਾ ਸ਼੍ਰੀ ਨਨਕਾਣਾ ਸਾਹਿਬ, ਸੱਚਾ ਸੌਦਾ, ਲਾਹੌਰ ਤੇ ਫਿਰ ਕਰਤਾਰਪੁਰ ਸਾਹਿਬ ਵੀ ਜਾਏਗਾ। ਉਹਨਾਂ ਭਾਰਤ ਸਰਕਾਰ ਨੂੰ ਸਿੱਖ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਆਉਣ ਦੀ ਇਜਾਜ਼ਤ ਦੇਣ ਦੀ ਖਾਸ ਤੌਰ ਤੇ ਅਪੀਲ ਕੀਤੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਇਸੇ ਦਰਮਿਆਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਕੇਂਦਰ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦਾ ਵਫਦ ਕੋਲਕਾਤਾ ਦੇ ਵਿੱਚ ਪਹੁੰਚਿਆ ਹੋਇਆ ਹੈ ਅਤੇ ਇੱਥੇ ਬੀਜੇਪੀ ਦੀਆਂ ਨੀਤੀਆਂ ਖਿਲਾਫ ਕੋਲਕਾਤਾ ਦੀਆਂ ਸੜਕਾਂ ਦੇ ਉੱਤੇ ਰੈਲੀ ਕੱਢੀ ਗਈ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਸ਼ਾਮਿਲ ਹੋਏ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।